ਦੀਪ ਦਿਲਬਰ ਦੁਆਰਾ ਸੰਪਾਦਿਤ ਪੁਸਤਕ ਉਰਦੂ ਕਹਾਣੀ ਦੇ 3 ਪੰਜਾਬੀ ਥੰਮ ਦੀ ਦੂਸਰੀ ਕਹਾਣੀ ਮੰਟੋ ਦੀ ਲਿਖੀ ਹੋਈ ਹੈ। ਨਵਾਂ ਕਾਨੂੰਨ। ਮੰਗੂ ਕੋਚਵਾਨ ਆਪਣੇ ਅੱਡੇ 'ਚ ਬਹੁਤ ਅਕਲਮੰਦ ਆਦਮੀ ਸਮਝਿਆ ਜਾਂਦਾ ਸੀ। ਭਾਵੇਂ ਉਹਦੀ ਵਿਦਿਅਕ ਯੋਗਤਾ 0 ਦੇ ਬਰਾਬਰ ਸੀ ਤੇ ਉਹਨੇ ਸਕੂਲ ਦਾ ਮੂੰਹ ਵੀ ਨਹੀਂ ਸੀ ਦੇਖਿਆ, ਪਰ ਇਸ ਦੇ ਬਾਵਜੂਦ ਇਹਨੂੰ ਦੁਨੀਆ ਭਰ ਦੀਆਂ ਚੀਜ਼ਾਂ ਦਾ ਗਿਆਨ ਸੀ। ਅੱਡੇ ਦੇ ਉਹ ਸਾਰੇ ਕੋਚਵਾਨ ਜਿਨ੍ਹਾਂ ਨੂੰ ਇਹ ਜਾਣਨ ਦੀ ਇੱਛਾ ਹੁੰਦੀ ਸੀ ਕਿ ਦੁਨੀਆ 'ਚ ਕੀ ਹੋ ਰਿਹਾ ਹੈ, ਉਸਤਾਦ ਮੰਗੂ ਦੀ ਵਿਸ਼ਾਲ ਜਾਣਕਾਰੀ ਤੋਂ ਭਲੀ ਭਾਂਤ ਵਾਕਿਫ ਸਨ। ਪਿਛਲੇ ਦਿਨੀ ਜਦ ਉਸਤਾਦ ਮੰਗੂ ਨੇ ਆਪਣੀ ਇੱਕ ਸਵਾਰੀ ਤੋਂ ਸਪੇਨ 'ਚ ਜੰਗ ਛਿੜ ਜਾਣ ਦੀ ਅਫਵਾਹ ਸੁਣੀ ਸੀ ਤਾਂ ਉਹਨੇ ਗਾਮੇ ਚੌਧਰੀ ਦੇ ਚੌੜੇ ਚੱਕਲੇ ਮੋਢੇ ਉੱਤੇ ਥਾਪੀ ਦੇ ਕੇ ਆਗੂਆਂ ਵਰਗੇ ਢੰਗ ਨਾਲ ਭਵਿੱਖਬਾਣੀ ਕੀਤੀ ਸੀ। ਦੇਖ ਲਈ ਗਾਮਾ ਚੌਧਰੀ, ਥੋੜੇ ਕੁ ਦਿਨਾਂ 'ਚ ਸਪੇਨ ਅੰਦਰ ਜੰਗ ਛਿੜੀ ਕਿ ਛਿੜੀ। ਤੇ ਜਦ ਗਾਮੇ ਚੌਧਰੀ ਨੇ ਉਤੋਂ ਇਹ ਪੁੱਛਿਆ ਸੀ ਕਿ ਸਪੇਨ ਹੈ ਕਿੱਥੇ, ਤਾਂ ਉਸਤਾਦ ਮੰਗੂ ਨੇ ਬੜੀ ਗੰਭੀਰਤਾ ਨਾਲ ਆਖਿਆ ਸੀ, ਵਲਾਇਤ ਵਿੱਚ, ਹੋਰ ਕਿੱਥੇ। ਸਪੇਨ 'ਚ ਜੰਗ ਛਿੜ ਗਈ ਤੇ ਜਦ ਹਰ ਬੰਦੇ ਨੂੰ ਪਤਾ ਲੱਗ ਗਿਆ ਤਾਂ ਸਟੇਸ਼ਨ ਦੇ ਅੱਡੇ 'ਚ ਜਿੰਨੇ ਤਾਂਗੇ ਵਾਲੇ ਘੇਰਾ ਬਣਾਈ ਹੁੱਕਾ ਵੀ ਰਹੇ ਸਨ, ਦਿਲ ਹੀ ਦਿਲ 'ਚ ਉਸਤਾਦ ਮੰਗੂ ਦੀ ਵਿਡੱਤਣ ਨੂੰ ਮੰਨ ਗਏ। ਉਸਤਾਦ ਮੰਗੂ ਉਸ ਸਮੇਂ ਮਾਲ ਰੋਡ ਦੀ ਚਮਚਮ ਕਰਦੀ ਪੱਧਰੀ ਥਾਂ ਉੱਤੇ ਤਾਂਗਾ ਚਲਾਉਂਦਾ ਹੋਇਆ ਆਪਣੀ ਸਵਾਰੀ ਨਾਲ ਸੱਜਰੇ ਹਿੰਦੂ ਮੁਸਲਮਾਨ ਫਸਾਦ ਉੱਤੇ ਵਿਚਾਰ ਵਟਾਂਦਰਾ ਕਰ ਰਿਹਾ ਸੀ। ਉਸ ਦਿਨ ਆਥਣ ਹੁੰਦਿਆਂ ਜਦ ਉਹ ਅੱਡੇ 'ਚ ਵੜਿਆ ਤਾਂ ਉਹਦਾ ਚਿਹਰਾ ਕੁਝ ਜ਼ਿਆਦਾ ਹੀ ਤਮਤਮਾਇਆ ਹੋਇਆ ਸੀ। ਹੁੱਕੇ ਦਾ ਦੌਰ ਚੱਲਦੇ ਚੱਲਦੇ ਜਦ ਹਿੰਦੂ ਮੁਸਲਿਮ ਫਸਾਦ ਦੀ ਗੱਲ ਚੱਲੀ ਤਾਂ ਉਸਤਾਦ ਮੰਗੂ ਨੇ ਸਿਰ ਤੋਂ ਖਾਕੀ ਪਗੜੀ ਉਤਾਰੀ ਤੇ ਵੱਖੀ 'ਚ ਦਬਾ ਕੇ ਬੜੇ ਸੋਚਵਾਨ ਸਿਆਣਿਆਂ ਵਾਂਗ ਕਿਹਾ, ਇਹ ਕਿਸੇ ਦਰਵੇਸ਼ ਦੀ ਬਦਦੁਆ ਦਾ ਨਤੀਜਾ ਹੈ ਕਿ ਰੋਜ਼-ਰੋਜ਼ ਹਿੰਦੂਆਂ ਤੇ ਮੁਸਲਮਾਨਾਂ 'ਚ ਚਾਕੂ ਚੂਰੀਆਂ ਚੱਲਦੀਆਂ ਰਹਿੰਦੀਆਂ ਨੇ। ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਕਿ ਅਕਬਰ ਬਾਦਸ਼ਾਹ ਨੇ ਕਿਸੇ ਦਰਵੇਸ਼ ਦਾ ਦਿਲ ਦੁਖਾਇਆ ਸੀ ਤੇ ਉਸ ਦਰਵੇਸ਼ ਨੇ ਅੱਗ ਭਬੂਕਾ ਹੋ ਕੇ ਬਦਦੁਆ ਦਿੱਤੀ ਸੀ ਕਿ ਜਾ ਤੇਰੇ ਹਿੰਦੁਸਤਾਨ 'ਚ ਹਮੇਸ਼ਾ ਫਸਾਦ ਹੀ ਹੁੰਦੇ ਰਹਿਣਗੇ। ਦੇਖ ਲਓ, ਜਦ ਤੋਂ ਅਕਬਰ ਬਾਦਸ਼ਾਹ ਦਾ ਰਾਜ ਖਤਮ ਹੋਇਆ ਹਿੰਦੁਸਤਾਨ 'ਚ ਫਸਾਦ ਦੇ ਫਸਾਦ ਹੁੰਦੇ ਨੇ। ਇਹ ਕਹਿ ਕੇ ਉਹਨੇ ਠੰਡੀ ਆ ਭਰੀ ਤੇ ਹੁੱਕੇ ਦਾ ਦਮ ਮਾਰ ਕੇ ਫਿਰ ਆਪਣੀ ਗੱਲ ਸ਼ੁਰੂ ਕੀਤੀ। ਆ ਕਾਂਗਰਸੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ। ਮੈਂ ਕਹਿੰਦਾ ਜੇ ਲੋਕ 1000 ਸਾਲ ਵੀ ਸਿਰ ਪਟਕਦੇ ਰਹਿਣ ਤਾਂ ਵੀ ਕੁਝ ਨਹੀਂ ਹੋਣ ਲੱਗਾ। ਬੜੀ ਤੋਂ ਬੜੀ ਗੱਲ ਇਹ ਹੋਊਗੀ ਕਿ ਅੰਗਰੇਜ਼ ਚਲਿਆ ਜਾਏਗਾ ਤੇ ਕੋਈ ਇਟਲੀ ਵਾਲਾ ਆ ਜਾਏਗਾ ਜਾਂ ਫਿਰ ਉਹ ਰੂਸ ਵਾਲਾ, ਜਿਹਦੇ ਬਾਰੇ ਮੈਂ ਸੁਣਿਆ ਬੜਾ ਤਕੜਾ ਆਦਮੀ ਹੈ। ਤੇ ਹਾਂ, ਮੈਂ ਕਹਿਣਾ ਭੁੱਲ ਹੀ ਗਿਆ ਕਿ ਦਰਵੇਸ਼ ਨੇ ਇਹ ਬਦਦੁਆ ਵੀ ਦਿੱਤੀ ਸੀ ਕਿ ਹਿੰਦੁਸਤਾਨ ਉੱਤੇ ਹਮੇਸ਼ਾ ਬਾਹਰ ਦੇ ਆਦਮੀ ਰਾਜ ਕਰਦੇ ਰਹਿਣਗੇ। ਉਸਤਾਦ ਮੰਗੂ ਨੂੰ ਅੰਗਰੇਜ਼ਾਂ ਨਾਲ ਬੜੀ ਨਫ਼ਰਤ ਸੀ ਤੇ ਇਸ ਨਫ਼ਰਤ ਦਾ ਸਬਬ ਉਹ ਇਹ ਦੱਸਿਆ ਕਰਦਾ ਸੀ ਕਿ ਉਹ ਹਿੰਦੁਸਤਾਨ ਤੇ ਉੱਤੇ ਆਪਣਾ ਸਿੱਕਾ ਚਲਾਉਂਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਢਾਉਂਦੇ ਨੇ। ਪਰੰਤੂ ਉਹਦੀ ਘਿਰਨਾ ਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਛਾਉਣੀ ਦੇ ਗੋਰੇ ਉਹਨੂੰ ਬੜਾ ਸਤਾਉਂਦੇ ਸਨ। ਉਹ ਉਸ ਨਾਲ ਇਦਾਂ ਦਾ ਸਲੂਕ ਕਰਦੇ ਸਨ ਜਿਵੇਂ ਉਹ ਕੋਈ ਜ਼ਲੀਲ ਕੁੱਤਾ ਹੋਵੇ। ਇਹਦੇ ਇਲਾਵਾ ਉਹਨੂੰ ਉਹਨਾਂ ਦਾ ਰੰਗ ਵੀ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਜਦ ਕਦੇ ਉਹ ਕਿਸੇ ਗੋਰੇ ਦੇ ਲਾਲ ਤੇ ਚਿੱਟੇ ਚਿਹਰੇ ਨੂੰ ਦੇਖਦਾ ਤਾਂ ਉਹਨੂੰ ਉਲਟੀ ਆ ਜਾਂਦੀ। ਪਤਾ ਨਹੀਂ ਕਿਉਂ, ਉਹ ਕਹਿੰਦਾ ਹੁੰਦਾ ਸੀ ਕਿ ਉਹਨਾਂ ਦੇ ਲਾਲ ਝੁਰੀਆਂ ਨਾਲ ਭਰੇ ਚਿਹਰੇ ਦੇਖ ਕੇ ਉਹਨੂੰ ਉਹ ਲਾਸ਼ ਯਾਦ ਆ ਜਾਂਦੀ ਹੈ ਜਿਹਦੇ ਜਿਸਮ ਉੱਤੇ ਉੱਪਰਲੀ ਝਿੱਲੀ ਗਲ ਗਲ ਕੇ ਝੜ ਰਹੀ ਹੋਵੇ। ਜਦ ਕਿਸੇ ਸ਼ਰਾਬੀ ਗੋਰੇ ਨਾਲ ਉਹਦਾ ਝਗੜਾ ਹੋ ਜਾਂਦਾ ਤਾਂ ਸਾਰਾ ਸਾਰਾ ਦਿਨ ਉਸ ਉੱਤੇ ਉਦਾਸੀ ਛਾਈ ਰਹਿੰਦੀ ਤੇ ਉਹ ਆਥਣ ਨੂੰ ਅੱਡੇ ਆ ਕੇ ਹਲ ਮਾਰਕਾ ਸਿਗਰਟ ਪੀਂਦਿਆਂ ਜਾਂ ਹੁੱਕੇ ਦਾ ਕਸ਼ ਲਾਉਂਦਿਆਂ ਹੋਇਆਂ ਉਸ ਗੋਰੇ ਨੂੰ ਜੀਭ ਭਰ ਕੇ ਕੋਸਿਆ ਕਰਦਾ। ਇੱਕ ਮੋਟੀ ਜਿਹੀ ਗਾਲ ਦੇਣ ਪਿੱਛੋਂ ਆਪਣੇ ਸਿਰ ਨੂੰ ਅਕੜ ਦੁਗੜੀ ਪਗੜੀ ਸਮੇਤ ਝਟਕਾ ਦੇ ਕੇ ਕਹਿੰਦਾ ਹੁੰਦਾ, ਅੱਗ ਲੈਣ ਆਏ ਸੀ, ਹੁਣ ਘਰ ਦੇ ਮਾਲਕ ਹੀ ਬਣ ਬੈਠੇ। ਨੱਕ 'ਚ ਦਮ ਕੀਤਾ ਪਿਆ ਇਹਨਾਂ ਬਾਂਦਰਾਂ ਦੀ ਔਲਾਦ ਨੇ। ਐਕਣ ਰੋਬ ਝਾੜਦੇ ਨੇ ਜਿਵੇਂ ਅਸੀਂ ਇਹਨਾਂ ਦੇ ਪਿਓ ਦੇ ਨੌਕਰ ਹੋਈਏ। ਪਰ ਇਸ ਤੇ ਵੀ ਉਹਦਾ ਗੁੱਸਾ ਠੰਡਾ ਨਾ ਹੁੰਦਾ ਜਦ ਤੱਕ ਉਹਦਾ ਕੋਈ ਸਾਥੀ ਉਹਦੇ ਕੋਲ ਬੈਠਾ ਰਹਿੰਦਾ। ਉਹ ਆਪਣੇ ਅੰਦਰਲੀ ਭੜਾਸ ਕੱਢਦਾ ਰਹਿੰਦਾ। ਸ਼ਕਲ ਤਾਂ ਦੇਖ ਨਾ ਮਰਦੂਦਾਂ ਦੀ, ਜਿਵੇਂ ਕੋੜ ਹੋਇਆ ਹੋਵੇ, ਜਮਾ ਹੀ ਮੁਰਦਾਰ। ਇੱਕ ਧੱਫੇ ਦੀ ਮਾਰਨੀ ਤੇ ਗਿਟਪਿਟ ਇੱਕਣ ਬਕ ਰਿਹਾ ਸੀ ਜਿਵੇਂ ਮਾਰ ਹੀ ਦਊਗਾ। ਮੈਨੂੰ ਤੇਰੀ ਜਾਨ ਦੀ ਸਹੁੰ ਇੱਕ ਵਾਰੀ ਤਾਂ ਜੀ ਚਾਹੀ ਕਿ ਬਿਲ ਬਤੌਰੀ ਜੇ ਦੀ ਖੋਪੜੀ ਦੇ ਤੁਸੜੇ ਉਡਾ ਦਿਆਂ, ਪਰ ਇਹ ਸੋਚ ਕੇ ਜਾਣ ਦਿੱਤਾ ਕਿ ਮਰੇ ਹੋਏ ਨੂੰ ਮਾਰਨਾ ਆਪਣੀ ਹੇਠੀ ਹੈ। ਉਹ ਕੁਝ ਦੇਰ ਚੁੱਪ ਰਹਿੰਦਾ ਤੇ ਨੱਕ ਨੂੰ ਆਪਣੇ ਖਾਕੀ ਕੁੜਤੇ ਦੀ ਬਾਂਹ ਨਾਲ ਸਾਫ਼ ਕਰਨ ਪਿੱਛੋਂ ਫਿਰ ਆਪਣੇ ਦਿਲ ਦੀ ਭੜਾਸ ਕੱਢਣ ਲੱਗਦਾ। ਰੱਬ ਦੀ ਸਹੁੰ, ਇਹਨਾਂ ਲਾਟ ਸਾਹਿਬਾਂ ਦੇ ਨਖਰੇ ਝੱਲਦਿਆਂ ਤੰਗ ਆ ਗਿਆ। ਜਦ ਕਦੇ ਇਹਨਾਂ ਦਾ ਮਨਹੂਸ ਚਿਹਰਾ ਦੇਖਦਾ ਤਾਂ ਲਹੂ ਉਬਲਣ ਲੱਗ ਪੈਂਦਾ।
ਕੋਈ ਨਵਾਂ ਕਾਨੂੰਨ ਕਨਾਨ ਬਣੇ ਤਾਂ ਇਹਨਾਂ ਤੋਂ ਛੁਟਕਾਰਾ ਮਿਲੇ। ਤੇਰੀ ਸਹੁੰ ਜਾਨ 'ਚ ਜਾਨ ਆਏ। ਤੇ ਜਦੋਂ ਇੱਕ ਦਿਨ ਉਸਤਾਦ ਮੰਗੂ ਨੇ ਕਚਹਿਰੀਆਂ 'ਚੋਂ ਸਵਾਰੀਆਂ ਲੱਦੀਆਂ ਤੇ ਉਹਨਾਂ ਦੀ ਗੱਲਬਾਤ ਤੋਂ ਉਹਨੂੰ ਪਤਾ ਲੱਗਿਆ ਕਿ ਹਿੰਦੁਸਤਾਨ 'ਚ ਨਵਾਂ ਕਾਨੂੰਨ ਲਾਗੂ ਹੋਣ ਵਾਲਾ, ਤੇ ਉਹਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦੋ ਮਾਰਵਾੜੀ ਜੋ ਕਚਹਿਰੀ 'ਚ ਆਪਣੇ ਦੀਵਾਨੀ ਮੁਕੱਦਮੇ ਦੇ ਸਿਲਸਿਲੇ 'ਚ ਆਏ ਸਨ, ਘਰ ਜਾਂਦੇ ਹੋਏ ਨਵੇਂ ਕਾਨੂੰਨ ਯਾਨੀ ਗਵਰਨਮੈਂਟ ਆਫ ਇੰਡੀਆ ਐਕਟ ਦੀ ਬਾਬਤ ਆਪਸ 'ਚ ਬਾਤਚੀਤ ਕਰ ਰਹੇ ਸਨ। ਸੁਣਿਆ 1 ਅਪ੍ਰੈਲ ਤੋਂ ਨਵਾਂ ਕਾਨੂੰਨ ਲਾਗੂ ਹੋ ਜਾਣਾ। ਕੀ ਹਰ ਚੀਜ਼ ਬਦਲ ਜਾਏਗੀ? ਹਰ ਚੀਜ਼ ਤਾਂ ਨਹੀਂ ਬਦਲਣੀ, ਪਰ ਕਹਿੰਦੇ ਨੇ ਬਹੁਤ ਕੁਝ ਬਦਲ ਜਾਣਾ। ਕਾਫੀ ਆਜ਼ਾਦੀ ਮਿਲ ਜਾਏਗੀ। ਕੀ ਵਿਆਜ ਬਾਰੇ ਵੀ ਕੋਈ ਨਵਾਂ ਕਾਨੂੰਨ ਪਾਸ ਹੋਊਗਾ? ਇਹ ਤਾਂ ਪੁੱਛਣਾ ਪੈਣਾ, ਕੱਲ ਨੂੰ ਕਿਸੇ ਵਕੀਲ ਤੋਂ ਪਤਾ ਕਰਾਂਗੇ। ਇਹਨਾਂ ਮਾਰਵਾੜੀਆਂ ਦੀ ਬਾਤਚੀਤ ਉਸਤਾਦ ਮੰਗੂ ਦੇ ਦਿਲ 'ਚ ਅੰਤਾਂ ਦੀ ਖੁਸ਼ੀ ਪੈਦਾ ਕਰ ਰਹੀ ਸੀ। ਉਹ ਆਪਣੇ ਘੋੜੇ ਨੂੰ ਹਮੇਸ਼ਾ ਗਾਲਾਂ ਕੱਢਦਾ ਰਹਿੰਦਾ ਸੀ ਤੇ ਚਾਬਕ ਨਾਲ ਮਾਰ ਕੇ ਉਹਦਾ ਬੁਰਾ ਹਾਲ ਕਰ ਦਿੰਦਾ ਸੀ। ਪਰ ਉਦੋਂ ਉਹਨੇ ਬਾਰ-ਬਾਰ ਪਿਛਾਂਹ ਮੁੜ ਕੇ ਮਾਰਵਾੜੀਆਂ ਵੱਲ ਦੇਖਿਆ ਤੇ ਆਪਣੀਆਂ ਵਧੀਆਂ ਹੋਈਆਂ ਮੁੱਛਾਂ ਨੂੰ ਇੱਕ ਉਂਗਲ ਨਾਲ ਉੱਚੀਆਂ ਕਰਕੇ ਘੋੜੇ ਦੀ ਪਿੱਠ ਤੇ ਵਾਗਾਂ ਢਿੱਲੀਆਂ ਛੱਡਦਿਆਂ ਪਿਆਰ ਨਾਲ ਬੋਲਿਆ, ਚੱਲ ਪੁੱਤਰਾ, ਕੇਰਾ ਹਵਾ ਨਾਲ ਗੱਲਾਂ ਕਰਕੇ ਦਿਖਾ। ਮਾਰਵਾੜੀਆਂ ਨੂੰ ਉਹਨਾਂ ਦੇ ਠਿਕਾਣੇ ਤੇ ਪਹੁੰਚਾ ਕੇ ਉਹਨੇ ਅਨਾਰਕਲੀ 'ਚ ਦੀਨੂ ਹਲਵਾਈ ਦੀ ਦੁਕਾਨ ਉੱਤੇ ਅੱਧ ਸੇਰ ਦਹੀਂ ਦੀ ਲੱਸੀ ਪੀ ਕੇ ਬੜਾ ਸਾਰਾ ਡਕਾਰ ਮਾਰਿਆ ਤੇ ਮੁੱਛਾਂ ਮੂੰਹ 'ਚ ਦਬਾ ਕੇ ਉਹਨਾਂ ਨੂੰ ਚੂਸਦਿਆਂ ਉਂਝੀ ਉੱਚੀ ਆਵਾਜ਼ 'ਚ ਆਖਿਆ, ਹੱਥ ਤੇਰੀ ਐਸੀ ਦੀ ਤੈਸੀ। ਸ਼ਾਮ ਨੂੰ ਜਦੋਂ ਅੱਡੇ ਪਰਤਿਆ ਤਾਂ ਪਹਿਲੇ ਦਿਨਾਂ ਦੇ ਉਲਟ ਉਹਨੂੰ ਉੱਥੇ ਆਪਣੀ ਜਾਣ ਪਛਾਣ ਦਾ ਕੋਈ ਬੰਦਾ ਨਾ ਮਿਲਿਆ। ਉਹਦੇ ਸੀਨੇ 'ਚ ਇੱਕ ਅਜਬ ਜਿਹਾ ਤੂਫਾਨ ਉਸਲ-ਵੱਟੇ ਲੈ ਰਿਹਾ ਸੀ। ਉਹ ਇੱਕ ਬੜੀ ਖਬਰ ਮਿੱਤਰਾਂ ਨੂੰ ਸੁਣਾਉਣ ਲਈ ਕਾਹਲਾ ਸੀ, ਬਹੁਤ ਬੜੀ ਖਬਰ, ਤੇ ਉਸ ਖਬਰ ਨੂੰ ਆਪਣੇ ਅੰਦਰੋਂ ਬਾਹਰ ਕੱਢਣ ਲਈ ਬੇਸਬਰਾ ਹੋਇਆ ਪਿਆ ਸੀ। ਪਰ ਅੱਡੇ 'ਚ ਕੋਈ ਹੈ ਹੀ ਨਹੀਂ ਸੀ। ਅੱਧੇ ਘੰਟੇ ਤੱਕ ਛਾਂਟਾ ਬਗਲ 'ਚ ਦਬਾਈ ਉਹ ਸਟੇਸ਼ਨ ਵਾਲੇ ਅੱਡੇ ਲੋਹੇ ਦੀ ਛੱਤ ਹੇਠ ਬੇਕਰਾਰੀ ਦੀ ਹਾਲਤ ਵਿੱਚ ਘੁੰਮਦਾ ਫਿਰਦਾ ਰਿਹਾ। ਉਹਦੇ ਦਿਮਾਗ 'ਚ ਬੜੇ ਚੰਗੇ ਵਿਚਾਰ ਆ ਰਹੇ ਸਨ। ਨਵੇਂ ਕਾਨੂੰਨ ਦੇ ਲਾਗੂ ਹੋਣ ਦੀ ਖਬਰ ਨੇ ਉਹਨੂੰ ਇੱਕ ਨਵੀਂ ਦੁਨੀਆ 'ਚ ਲਿਆ ਕੇ ਖੜਾ ਕਰ ਦਿੱਤਾ ਸੀ। ਉਸ ਨਵੇਂ ਕਾਨੂੰਨ ਦੇ ਬਾਰੇ ਜੋ 1 ਅਪ੍ਰੈਲ ਨੂੰ ਹਿੰਦੁਸਤਾਨ 'ਚ ਲਾਗੂ ਹੋਣ ਵਾਲਾ ਸੀ, ਆਪਣੇ ਦਿਮਾਗ ਦੀਆਂ ਕੁੱਲ ਬੱਤੀਆਂ ਜਗਾ ਕੇ ਸੋਚ ਵਿਚਾਰ ਕਰ ਰਿਹਾ ਸੀ। ਉਹਦਿਆਂ ਕੰਨਾਂ 'ਚ ਮਾਰਵਾੜੀਆਂ ਦਾ ਅੰਦੇਸ਼ਾ ਕੀ ਵਿਆਜ ਬਾਰੇ ਵੀ ਕੋਈ ਨਵਾਂ ਕਾਨੂੰਨ ਪਾਸ ਹੋਊਗਾ ਬਾਰ-ਬਾਰ ਗੂੰਜ ਰਿਹਾ ਸੀ। ਉਹਦੇ ਸਮੁੱਚੇ ਜਿਸਮ 'ਚ ਖੁਸ਼ੀ ਦੀ ਇੱਕ ਲਹਿਰ ਦੌੜ ਰਹੀ ਸੀ। ਕਈ ਵਾਰ ਆਪਣੀਆਂ ਸੰਘਣੀਆਂ ਮੁੱਛਾਂ ਅੰਦਰ ਹੱਸ ਕੇ ਉਹਨੇ ਉਹਨਾਂ ਮਾਰਵਾੜੀਆਂ ਨੂੰ ਗਾਲ ਕੱਢੀ, ਉਹ ਗਰੀਬਾਂ ਦੀ ਮੰਜੀ 'ਚ ਘੁਸੇ ਹੋਏ ਖਟਮਲ, ਨਵਾਂ ਕਾਨੂੰਨ ਇਹਨਾਂ ਲਈ ਖੌਲਦਾ ਹੋਇਆ ਪਾਣੀ ਹੋਊਗਾ। ਉਹ ਬੇਹੱਦ ਪ੍ਰਸੰਨ ਸੀ, ਖਾਸ ਤੌਰ ਤੇ ਉਸ ਸਮੇਂ ਉਹਦੇ ਕਾਲਜੇ 'ਚ ਠੰਡ ਪੈਂਦੀ ਜਦੋਂ ਸੋਚਦਾ ਕਿ ਗੋਰਿਆਂ ਚਿੱਟੇ ਚੂਹਿਆਂ ਦੀਆਂ ਥੂਥਣੀਆਂ ਨਵਾਂ ਕਾਨੂੰਨ ਆਉਂਦਿਆਂ ਹੀ ਆਪਣੀਆਂ ਖੁੱਡਾਂ 'ਚ ਗੁੰਮ ਗਵਾਚ ਜਾਣਗੀਆਂ। ਜਦ ਨੱਥੂ ਗੰਜਾ ਪਗੜੀ ਬਗਲ 'ਚ ਦਬਾਈ ਅੱਡੇ 'ਚ ਵੜਿਆ ਤਾਂ ਉਸਤਾਦ ਮੰਗੂ ਉਹਨੂੰ ਧਾ ਕੇ ਮਿਲਿਆ ਤੇ ਉਹਦਾ ਹੱਥ ਆਪਣੇ ਹੱਥ 'ਚ ਲੈ ਕੇ ਬੁਲੰਦ ਆਵਾਜ਼ 'ਚ ਕਹਿਣ ਲੱਗਿਆ, ਕੱਢ ਹੱਥ ਇੱਧਰ, ਐਸੀ ਖਬਰ ਸੁਣਾਉਂਗਾ ਕਿ ਜੀ ਖੁਸ਼ ਹੋ ਜੂ ਤੇਰਾ। ਤੇਰੀ ਗੰਜੀ ਖੋਪੜੀ ਤੇ ਵਾਲ ਉਗਾਉਣਗੇ। ਤੇ ਕਹਿ ਕੇ ਉਹਨੇ ਚੜ੍ਹਦੇ ਤੋਂ ਚੜ੍ਹਦਾ ਚਟਖਾਰਾ ਲੈਂਦਿਆਂ ਨਵੇਂ ਕਾਨੂੰਨ ਬਾਰੇ ਨੱਥੂ ਗੰਜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੱਲਾਂ ਬਾਤਾਂ ਦੇ ਦੌਰਾਨ ਉਹਨੇ ਕਈ ਵਾਰ ਨੱਥੂ ਗੰਜੇ ਦੇ ਜ਼ੋਰ ਦੀ ਹੱਥ ਤੇ ਹੱਥ ਮਾਰ ਕੇ ਕਿਹਾ, ਤੂੰ ਦੇਖੀ ਸਹੀ ਕੀ ਬਣਦਾ। ਆਹ ਰੂਸ ਵਾਲਾ ਬਾਦਸ਼ਾਹ ਕੁਛ ਨਾ ਕੁਛ ਜ਼ਰੂਰ ਕਰਕੇ ਦਿਖਾਊਗਾ। ਉਸਤਾਦ ਮੰਗੂ ਵਰਤਮਾਨ ਸੋਵੀਅਤ ਪ੍ਰਬੰਧ ਦੀਆਂ ਸਾਮਵਾਦੀ ਗਤੀਵਿਧੀਆਂ ਦੇ ਬਾਬਤ ਬੜਾ ਕੁਝ ਸੁਣ ਚੁੱਕਿਆ ਸੀ ਤੇ ਉਹਨੂੰ ਉੱਥੋਂ ਦੇ ਨਵੇਂ ਕਾਨੂੰਨ ਤੇ ਦੂਜੀਆਂ ਨਵੀਆਂ ਚੀਜ਼ਾਂ ਬੜੀਆਂ ਪਸੰਦ ਸਨ। ਉਹਨੇ ਬਿਨਾਂ ਸਮਝਿਆਂ ਬੁੱਝਿਆਂ ਰੂਸ ਵਾਲੇ ਬਾਦਸ਼ਾਹ ਨੂੰ ਇੰਡੀਆ ਐਕਟ ਯਾਨੀ ਨਵੇਂ ਕਾਨੂੰਨ ਦੇ ਨਾਲ ਮਿਲਾ ਦਿੱਤਾ ਤੇ 1 ਅਪ੍ਰੈਲ ਨੂੰ ਪੁਰਾਣੇ ਕਾਨੂੰਨ 'ਚ ਜੋ ਤਬਦੀਲੀਆਂ ਹੋਣ ਵਾਲੀਆਂ ਸਨ, ਉਹਨਾਂ ਨੂੰ ਉਹ ਰੂਸ ਵਾਲੇ ਬਾਦਸ਼ਾਹ ਦੇ ਅਸਰ ਦਾ ਨਤੀਜਾ ਸਮਝ ਬੈਠਾ। ਕੁਝ ਸਮੇਂ ਤੋਂ ਪਿਸ਼ਾਵਰ ਤੇ ਫਰੰਟੀਅਰ ਦੇ ਹੋਰ ਸ਼ਹਿਰਾਂ ਵਿੱਚ ਸੁਰਖਪੋਸ਼ਾਂ ਦਾ ਅੰਦੋਲਨ ਚੱਲ ਰਿਹਾ ਸੀ। ਉਹਨੇ ਉਸ ਅੰਦੋਲਨ ਨੂੰ ਵੀ ਆਪਣੇ ਦਿਮਾਗ 'ਚ ਰੂਸ ਵਾਲੇ ਬਾਦਸ਼ਾਹ ਤੇ ਨਵੇਂ ਕਾਨੂੰਨ ਨਾਲ ਰਲਗੱਡ ਕਰ ਦਿੱਤਾ। ਇਹਦੇ ਇਲਾਵਾ ਜਦ ਕਦੇ ਉਹ ਕਿਸੇ ਤੋਂ ਸੁਣਦਾ ਕਿ ਫਲਾਣੇ ਸ਼ਹਿਰ 'ਚ ਇੰਨੇ ਬੰਬ ਬਣਾਉਣ ਵਾਲੇ ਫੜੇ ਗਏ ਨੇ ਜਾਂ ਫਲਾਣੇ ਥਾਂ ਇੰਨੇ ਆਦਮੀਆਂ ਉੱਤੇ ਬਗਾਵਤ ਦੇ ਦੋਸ਼ 'ਚ ਮੁਕੱਦਮਾ ਚਲਾਇਆ ਗਿਆ, ਤਾਂ ਉਹਨਾਂ ਸਾਰੀਆਂ ਘਟਨਾਵਾਂ ਨੂੰ ਉਹ ਨਵੇਂ ਕਾਨੂੰਨ ਦਾ ਅਗਲਾ ਪੜਾਅ ਸਮਝਦਾ ਤੇ ਦਿਲੀ ਦਿਲ 'ਚ ਬਹੁਤ ਖੁਸ਼ ਹੁੰਦਾ। ਇੱਕ ਦਿਨ ਉਹਨੇ ਤਾਂਗੇ 'ਚ ਦੋ ਬੈਰਿਸਟਰ ਬੈਠੇ ਨਵੇਂ ਕਾਨੂੰਨ ਉੱਤੇ ਬੜੇ ਜ਼ੋਰ ਨਾਲ ਆਲੋਚਨਾ ਕਰ ਰਹੇ ਸਨ ਤੇ ਉਹ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਇੱਕ ਬੈਰਿਸਟਰ ਦੂਜੇ ਬੈਰਿਸਟਰ ਨੂੰ ਕਹਿ ਰਿਹਾ ਸੀ, ਨਵੇਂ ਕਾਨੂੰਨ ਦਾ ਦੂਜਾ ਹਿੱਸਾ ਫੈਡਰੇਸ਼ਨ ਹੈ
ਜੋ ਮੇਰੀ ਸਮਝ 'ਚ ਅਜੇ ਤੱਕ ਨਹੀਂ ਆਇਆ। ਅਜਿਹੀ ਫੈਡਰੇਸ਼ਨ ਦੁਨੀਆ ਦੇ ਇਤਿਹਾਸ 'ਚ ਅੱਜ ਤੱਕ ਨਾ ਸੁਣੀ ਗਈ ਨਾ ਦੇਖੀ ਗਈ ਹੈ। ਸਿਆਸੀ ਦ੍ਰਿਸ਼ਟੀਕੋਣ ਤੋਂ ਵੀ ਇਹ ਫੈਡਰੇਸ਼ਨ ਬਿਲਕੁਲ ਗਲਤ ਹੈ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਕੋਈ ਫੈਡਰੇਸ਼ਨ ਹੈ ਹੀ ਨਹੀਂ। ਇਸ ਦੇ ਬਾਅਦ ਉਹਨਾਂ ਬੈਰਿਸਟਰਾਂ ਵਿਚਕਾਰ ਜੋ ਬਾਤਚੀਤ ਹੋਈ ਉਸ ਵਿੱਚ ਬਹੁਤੇ ਲਫ਼ਜ਼ ਅੰਗਰੇਜ਼ੀ ਦੇ ਸਨ। ਇਸ ਕਰਕੇ ਉਸਤਾਦ ਮੰਗੂ ਕੁਝ ਖਾਸ ਨਾ ਸਮਝ ਸਕਿਆ। ਉਹਨੇ ਸੋਚਿਆ ਕਿ ਉਹ ਬੰਦੇ ਹਿੰਦੁਸਤਾਨ 'ਚ ਨਵੇਂ ਕਾਨੂੰਨ ਦੇ ਆਉਣ ਨੂੰ ਬੁਰਾ ਸਮਝਦੇ ਨੇ ਤੇ ਇਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਦੇਸ਼ ਆਜ਼ਾਦ ਹੋਵੇ। ਇਸੇ ਖਿਆਲ ਦੇ ਪ੍ਰਭਾਵ ਅਧੀਨ ਉਹਨੇ ਕਈ ਵੇਰਾਂ ਉਹਨਾਂ ਦੋਨਾਂ ਬੈਰਿਸਟਰਾਂ ਨੂੰ ਹਕਾਰਤ ਭਰੀਆਂ ਨਿਗਾਹਾਂ ਨਾਲ ਦੇਖਿਆ ਤੇ ਦਿਲ ਹੀ ਦਿਲ ਆਖਿਆ, ਟੋਡੀ ਬੱਚੇ। ਤੇ ਜਦ ਕਦੇ ਉਹ ਕਿਸੇ ਨੂੰ ਦਬੀ ਜ਼ਬਾਨ 'ਚ ਟੋਡੀ ਬੱਚਾ ਕਹਿੰਦਾ ਤੇ ਮਹਿਸੂਸ ਕਰਕੇ ਦਿਲੀ ਦਿਲ 'ਚ ਖੁਸ਼ ਹੁੰਦਾ ਕਿ ਉਹ ਟੋਡੀ ਬੱਚੇ ਤੇ ਸ਼ਰੀਫ ਆਦਮੀ 'ਚ ਫਰਕ ਸਮਝਣ ਦੀ ਯੋਗਤਾ ਰੱਖਦਾ ਹੈ। ਉਹਦੀਆਂ ਨਜ਼ਰਾਂ 'ਚ ਟੋਡੀ ਬੱਚਾ ਇੱਕ ਨਾਂ ਸੀ ਜੋ ਕਿਸੇ ਸ਼ਰੀਫ ਆਦਮੀ ਦਾ ਨਹੀਂ ਹੋ ਸਕਦਾ। ਇਸ ਘਟਨਾ ਦੇ ਤੀਜੇ ਦਿਨ ਉਹ ਸਰਕਾਰੀ ਕਾਲਜ ਦੇ 3 ਵਿਦਿਆਰਥੀਆਂ ਨੂੰ ਆਪਣੇ ਤਾਂਗੇ 'ਚ ਬਿਠਾ ਕੇ ਮਜ਼ੰਗ ਜਾ ਰਿਹਾ ਸੀ ਕਿ ਉਹਨੇ ਉਹਨਾਂ 3 ਮੁੰਡਿਆਂ ਨੂੰ ਆਪਸ 'ਚ ਗੱਲਾਂ ਕਰਦੇ ਸੁਣਿਆ। ਨਵੇਂ ਕਾਨੂੰਨ ਨੇ ਮੇਰੀਆਂ ਉਮੀਦਾਂ ਵਧਾ ਦਿੱਤੀਆਂ ਨੇ। ਜੇ ਮੀਮ ਸਾਹਿਬ ਅਸੈਂਬਲੀ ਦੇ ਮੈਂਬਰ ਬਣ ਗਏ ਤਾਂ ਮੈਨੂੰ ਕਿਸੇ ਸਰਕਾਰੀ ਦਫ਼ਤਰ 'ਚ ਨੌਕਰੀ ਜ਼ਰੂਰ ਮਿਲ ਜਾਏਗੀ। ਉੱਦਾਂ ਵੀ ਬਹੁਤ ਸਾਰੀਆਂ ਖਾਲੀ ਥਾਵਾਂ ਨਿਕਲਣਗੀਆਂ, ਸ਼ਾਇਦ ਸਾਡੇ ਹੱਥ ਵੀ ਕੁਝ ਲੱਗ ਜਾਏ। ਹਾਂ ਹਾਂ, ਕਿਉਂ ਨਹੀਂ। ਉਹ ਗ੍ਰੈਜੂਏਟ ਜੋ ਬੇਕਾਰ ਮਾਰੇ ਫਿਰ ਰਹੇ ਨੇ, ਉਹਨਾਂ 'ਚ ਕੁਝ ਤਾਂ ਕਮੀ ਹੋਏਗੀ। ਇਸ ਗੱਲਬਾਤ ਨੇ ਉਸਤਾਦ ਮੰਗੂ ਦੇ ਦਿਲ 'ਚ ਨਵੇਂ ਕਾਨੂੰਨ ਦੀ ਮਹੱਤਤਾ ਹੋਰ ਵੀ ਵਧਾ ਦਿੱਤੀ ਤੇ ਉਹਨੂੰ ਇਹੋ ਜਿਹੀ ਚੀਜ਼ ਸਮਝਣ ਲੱਗਾ ਜੋ ਬਹੁਤ ਚਮਕਦੀ ਹੋਵੇ। ਨਵਾਂ ਕਾਨੂੰਨ ਉਹ ਦਿਨਾਂ 'ਚ ਕਈ ਵਾਰ ਸੋਚਦਾ, ਯਾਨੀ ਕੋਈ ਨਵੀਂ ਚੀਜ਼, ਤੇ ਹਰ ਵਾਰੀ ਉਹਦੀਆਂ ਨਜ਼ਰਾਂ ਦੇ ਸਾਹਮਣੇ ਆਪਣੇ ਘੋੜੇ ਦਾ ਉਹ ਨਵਾਂ ਸਾਜ਼ ਆ ਜਾਂਦਾ ਜੋ ਉਹਨੇ 2 ਵਾਰੀ ਹੋਏ ਚੌਧਰੀ ਖੁਦਾ ਬਖਸ਼ ਤੋਂ ਬੜੀ ਚੰਗੀ ਤਰ੍ਹਾਂ ਠੋਕ ਵਜਾ ਕੇ ਖਰੀਦਿਆ ਸੀ। ਉਸ ਸਾਜ਼ 'ਚ ਜਦੋਂ ਨਵਾਂ ਸੀ, ਥਾਂ ਲੋਹੇ ਦੀ ਨਿਕਲ ਚੜੀਆਂ ਕਿੱਲਾਂ ਚਮਕਦੀਆਂ ਸਨ ਤੇ ਜਿੱਥੇ ਪਿੱਤਲ ਦਾ ਕੰਮ ਸੀ ਉਹ ਤਾਂ ਸੋਨੇ ਵਾਂਗ ਚਮਕਦੇ ਦਮਕਦੇ ਹੋਣਾ ਯਕੀਨੀ ਸੀ। 1 ਅਪ੍ਰੈਲ ਤੱਕ ਉਸਤਾਦ ਮੰਗੂ ਨੇ ਆਪਣੇ ਤਾਂਗੇ 'ਚ ਬੈਠਿਆਂ ਨਵੇਂ ਕਾਨੂੰਨ ਦੇ ਹੱਕ ਵਿੱਚ ਤੇ ਵਿਰੁੱਧ ਬਹੁਤ ਕੁਝ ਸੁਣਿਆ। ਨਵੇਂ ਕਾਨੂੰਨ ਦੀ ਕਾਲਪਨਿਕ ਤਸਵੀਰ ਜੋ ਉਹਦੇ ਦਿਮਾਗ 'ਚ ਬਣੀ ਸੀ, ਕਾਇਮ ਰਹੀ। ਉਹ ਸਮਝਦਾ ਸੀ ਕਿ 1 ਅਪ੍ਰੈਲ ਨੂੰ ਨਵੇਂ ਕਾਨੂੰਨ ਦੇ ਆਉਂਦਿਆਂ ਹੀ ਸਾਰਾ ਮਾਮਲਾ ਸਾਫ਼ ਹੋ ਜਾਏਗਾ ਤੇ ਉਹਨੂੰ ਭਰੋਸਾ ਸੀ ਕਿ ਨਵੇਂ ਕਾਨੂੰਨ ਦੇ ਆਉਣ ਤੇ ਜੋ ਤਬਦੀਲੀਆਂ ਦਿਖਾਈ ਦੇਣਗੀਆਂ ਉਹਨਾਂ ਨਾਲ ਉਹਦੀਆਂ ਅੱਖਾਂ ਨੂੰ ਜ਼ਰੂਰ ਠੰਡਕ ਪਹੁੰਚੇਗੀ। ਅਖੀਰ ਮਾਰਚ ਦੇ 31 ਦਿਨ ਮੁੱਕ ਗਏ ਤੇ ਅਪ੍ਰੈਲ ਦੇ ਆਰੰਭ ਹੋਣ 'ਚ ਰਾਤ ਦੇ ਕੁਝ ਘੰਟੇ ਬਾਕੀ ਰਹਿ ਗਏ। ਉਦੋਂ ਮੌਸਮ ਕੁਝ ਵਧੇਰੇ ਠੰਡਾ ਸੀ ਤੇ ਹਵਾ 'ਚ ਸੱਜਰਾਪਣ ਸੀ। 1 ਅਪ੍ਰੈਲ ਨੂੰ ਸਵੇਰੇ ਸਾਜਰੇ ਉਸਤਾਦ ਮੰਗੂ ਉੱਠਿਆ ਤੇ ਤਬੇਲੇ 'ਚ ਜਾ ਕੇ ਉਹਨੇ ਘੋੜੇ ਨੂੰ ਤਾਂਗੇ ਨਾਲ ਜੋਤਿਆ ਤੇ ਬਾਹਰ ਨਿਕਲ ਆਇਆ। ਉਹਦਾ ਚਿੱਤ ਕੁਝ ਜ਼ਿਆਦਾ ਹੀ ਚੜ੍ਹਦੀਆਂ ਕਲਾਂ 'ਚ ਸੀ। ਉਹਨੇ ਨਵੇਂ ਕਾਨੂੰਨ ਦਾ ਜਲਵਾ ਛੇਤੀ ਦੇਖ ਲੈਣਾ ਸੀ। ਉਹਨੇ ਸਵੇਰ ਦੇ ਠੰਡੇ ਧੁੰਦਲਕੇ 'ਚ ਕਈ ਤੰਗ ਤੇ ਖੁੱਲੇ ਬਾਜ਼ਾਰਾਂ ਦਾ ਚੱਕਰ ਲਾਇਆ, ਪਰ ਉਹਨੂੰ ਹਰ ਚੀਜ਼ ਪੁਰਾਣੀ ਨਜ਼ਰ ਆਈ। ਗਗਨ ਵਰਗੀ ਪੁਰਾਣੀ। ਉਹਦੀਆਂ ਨਜ਼ਰਾਂ ਖਾਸ ਤੌਰ ਤੇ ਨਵਾਂ ਰੰਗ ਦੇਖਣਾ ਚਾਹੁੰਦੀਆਂ ਸਨ, ਪਰ ਉਸ ਕਲਗੀ ਤੋਂ ਬਿਨਾਂ ਜੋ ਰੰਗ ਬਿਰੰਗੇ ਫੰਗਾਂ ਨਾਲ ਬਣੀ ਹੋਈ ਸੀ, ਉਹਦੇ ਘੋੜੇ ਦੇ ਸਿਰ ਤੇ ਸਜੀ ਹੋਈ ਸੀ, ਹੋਰ ਸਭ ਚੀਜ਼ਾਂ ਪੁਰਾਣੀਆਂ ਨਜ਼ਰ ਆ ਰਹੀਆਂ ਸਨ। ਉਹ ਨਵੀਂ ਕਲਗੀ ਉਹਨੇ ਨਵੇਂ ਕਾਨੂੰਨ ਦੀ ਖੁਸ਼ੀ 'ਚ 31 ਮਾਰਚ ਨੂੰ ਚੌਧਰੀ ਖੁਦਾ ਬਖਸ਼ ਤੋਂ 14.5 ਆਨਿਆਂ 'ਚ ਖਰੀਦੀ ਸੀ। ਘੋੜੇ ਦੀਆਂ ਟਾਪਾਂ ਦੀ ਆਵਾਜ਼, ਕਾਲੀ ਸੜਕ, ਥੋੜੀ ਵਿੱਥ ਉੱਤੇ ਖੜੇ ਬਿਜਲੀ ਦੇ ਖੰਭੇ, ਦੁਕਾਨਾਂ ਦੇ ਬੋਰਡ, ਉਹਦੇ ਘੋੜੇ ਦੇ ਗਲ 'ਚ ਪਏ ਹੋਏ ਘੁੰਗਰੂਆਂ ਦੀ ਛਣ ਬਾਜ਼ਾਰਾਂ 'ਚ ਤੁਰੇ ਫਿਰਦੇ ਲੋਕ, ਇਹਨਾਂ 'ਚ ਕਿਹੜੀ ਚੀਜ਼ ਨਵੀਂ ਸੀ? ਜ਼ਾਹਿਰ ਹੈ ਕੋਈ ਵੀ ਨਹੀਂ। ਪਰ ਉਸਤਾਦ ਮੰਗੂ ਨਿਰਾਸ਼ ਨਹੀਂ ਸੀ। ਅਜੇ ਸਾਜਰਾ ਹੈ, ਦੁਕਾਨਾਂ ਵੀ ਤਾਂ ਸਭ ਦੀਆਂ ਬੰਦ ਨੇ। ਬੰਦ ਦੁਕਾਨਾਂ ਦੇਖ ਉਹਨੂੰ ਧਰਵਾਸ ਹੋਇਆ। ਉਹਨੇ ਸੋਚਿਆ, ਹਾਈ ਕੋਰਟ 'ਚ 9 ਵਜੇ ਤੋਂ ਪਿੱਛੋਂ ਹੀ ਕੰਮ ਸ਼ੁਰੂ ਹੁੰਦਾ ਹੈ, ਹੁਣ ਇਹ ਤੋਂ ਪਹਿਲਾਂ ਨਵੇਂ ਕਾਨੂੰਨ ਦਾ ਕੀ ਦਿਖਾਈ ਦੇਏਗਾ। ਜਦ ਉਹਦਾ ਤਾਂਗਾ ਸਰਕਾਰੀ ਕਾਲਜ ਦੇ ਦਰਵਾਜ਼ੇ ਦੇ ਨੇੜੇ ਪੁੱਜਿਆ ਤਾਂ ਕਾਲਜ ਘੜਿਆਲ ਨੇ ਬੜੇ ਘਮੰਡ ਨਾਲ 9 ਵਜਾਏ। ਜਿਹੜੇ ਵਿਦਿਆਰਥੀ ਕਾਲਜ ਦੇ ਬੜੇ ਦਰਵਾਜ਼ੇ ਤੋਂ ਅੰਦਰ ਜਾ ਰਹੇ ਸਨ, ਉਹਨਾਂ ਦੇ ਸੋਹਣੇ ਕੱਪੜੇ ਪਾਏ ਸਨ, ਪਰ ਪਤਾ ਨਹੀਂ ਕਿਉਂ ਉਸਤਾਦ ਮੰਗੂ ਨੂੰ ਉਹਨਾਂ ਦੇ ਕੱਪੜੇ ਮੈਲੇ ਲੱਗੇ। ਇਹਦਾ ਕਾਰਨ ਇਹ ਸੀ ਕਿ ਉਹਦੀਆਂ ਨਿਗਾਹਾਂ ਕਿਸੇ ਚੁੰਧਿਆਉਣ ਵਾਲੇ ਜਲਵੇ ਦਾ ਨਜ਼ਾਰਾ ਵੇਖਣਾ ਚਾਹੁੰਦੀਆਂ ਸੀ। ਤਾਂਗੇ ਨੂੰ ਸੱਜੇ ਹੱਥ ਮੋੜ ਕੇ ਥੋੜੇ ਚਿਰ ਪਿੱਛੋਂ ਫਿਰ ਅਨਾਰਕਲੀ ਵਿੱਚ ਸੀ। ਬਾਜ਼ਾਰ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਸਨ। ਲੋਕਾਂ ਦਾ ਆਉਣਾ ਜਾਣਾ ਵੀ ਵੱਧ ਗਿਆ ਸੀ। ਹਲਵਾਈਆਂ ਦੀਆਂ ਦੁਕਾਨਾਂ ਤੇ ਗਾਹਕਾਂ ਦੀ ਖੂਬ ਭੀੜ ਸੀ। ਮਨਿਆਰੀ ਵਾਲਿਆਂ ਦੀਆਂ ਨੁਮਾਇਸ਼ੀ ਚੀਜ਼ਾਂ ਸ਼ੀਸ਼ੇ ਦੀਆਂ ਅਲਮਾਰੀਆਂ 'ਚ ਲੋਕਾਂ ਨੂੰ ਆਪਣਾ ਨਜ਼ਾਰਾ ਵਿਖਾਉਣ ਦਾ ਸੱਦਾ ਦੇ ਰਹੀਆਂ ਸਨ। ਬਿਜਲੀ ਦੀਆਂ ਤਾਰਾਂ ਉੱਤੇ ਕਈ ਕਬੂਤਰ ਇੱਕ ਦੂਜੇ ਨਾਲ ਚੁੰਝਾਂ ਲੜਾ ਰਹੇ ਸਨ। ਉਸਤਾਦ ਮੰਗੂ ਨੇ ਇਹਨਾਂ ਤਮਾਮ ਚੀਜ਼ਾਂ 'ਚ ਕੋਈ ਦਿਲਚਸਪੀ ਨਹੀਂ ਸੀ ਲਈ।
ਉਹ ਤਾਂ ਨਵੇਂ ਕਾਨੂੰਨ ਨੂੰ ਵੇਖਣਾ ਚਾਹੁੰਦਾ ਸੀ, ਠੀਕ ਓਕਣ ਜਿੱਕਣ ਆਪਣੇ ਘੋੜੇ ਨੂੰ ਦੇਖ ਰਿਹਾ ਸੀ। ਜਦ ਉਸਤਾਦ ਮੰਗੂ ਦੇ ਘਰ 'ਚ ਬੱਚਾ ਪੈਦਾ ਹੋਣ ਵਾਲਾ ਸੀ ਤਾਂ ਉਹਨੇ 4-5 ਮਹੀਨੇ ਬੜੀ ਬੇਕਰਾਰੀ 'ਚ ਕੱਟੇ ਸੀ। ਉਹਨੂੰ ਭਰੋਸਾ ਸੀ ਕਿ ਬੱਚਾ ਕਿਸੇ ਨਾ ਕਿਸੇ ਦਿਨ ਜ਼ਰੂਰ ਜੰਮੇਗਾ, ਪਰ ਉਹਨੂੰ ਉਡੀਕਦੀਆਂ ਘੜੀਆਂ ਕੱਟਣੀਆਂ ਬੜੀਆਂ ਦੁੱਬਰ ਲੱਗ ਰਹੀਆਂ ਸਨ। ਉਹ ਚਾਹੁੰਦਾ ਸੀ ਆਪਣੇ ਬੱਚੇ ਨੂੰ ਇੱਕ ਵੇਰਾ ਵੇਖ ਲਵੇ, ਇਸ ਤੋਂ ਬਾਅਦ ਉਹ ਜੰਮਦਾ ਰਹੇ। ਇਸੇ ਨਾ ਪੂਰੀ ਹੋਣ ਵਾਲੀ ਹਠੀਲੀ ਇੱਛਾ ਦੇ ਅਸਰ ਅਧੀਨ ਉਹਨੇ ਕਈ ਵਾਰ ਆਪਣੀ ਨਿਢਾਲ ਪਤਨੀ ਦੇ ਢਿੱਡ ਨੂੰ ਦਬਾ ਕੇ ਉਸ ਉੱਤੇ ਕੰਨ ਰੱਖ ਕੇ ਆਪਣੇ ਬੱਚੇ ਦੇ ਬਾਬਤ ਕੁਝ ਜਾਣਨਾ ਚਾਹਿਆ ਸੀ, ਪਰ ਅਸਫਲ ਰਿਹਾ। ਇੱਕ ਵਾਰੀ ਤਾਂ ਉਡੀਕ ਕੇ ਇੰਨਾ ਤੰਗ ਆ ਗਿਆ ਕਿ ਆਪਣੀ ਪਤਨੀ ਉੱਤੇ ਵਰ ਵੀ ਪਿਆ। ਤੂੰ ਹਰ ਵੇਲੇ ਮੁਰਦਿਆਂ ਵਾਂਗ ਪਈ ਰਹਿੰਦੀ ਹੈ, ਰਤਾ ਉੱਠ ਤੁਰ ਫਿਰ, ਤੇਰੇ ਅੰਗਾਂ 'ਚ ਥੋੜ੍ਹੀ ਜਿਹੀ ਤਾਕਤ ਆਏ। ਇਹ ਤਖਤਾ ਬਣੇ ਰਹਿਣ ਨਾਲ ਕੁਝ ਨਹੀਂ ਹੋਣ ਲੱਗਾ। ਤੂੰ ਸਮਝਦੀ ਐ ਐਕਣ ਨਿਸਲ ਹੋ ਕੇ ਲੰਬੀ ਪਈ ਤੂੰ ਬੱਚਾ ਜਣ ਦੇਂਗੀ। ਉਸਤਾਦ ਮੰਗੂ ਸੁਭੌਕੀ ਬਹੁਤ ਕਾਲਾ ਸਾਬਤ ਹੋਇਆ ਸੀ। ਉਹ ਹਰ ਸਬੱਬ ਨੂੰ ਅਮਲੀ ਸ਼ਕਲ 'ਚ ਦੇਖਣ ਦਾ ਨਾ ਕੇਵਲ ਚਾਹਵਾਨ ਸੀ, ਸਗੋਂ ਜਗਿਆਸੂ ਸੀ। ਉਹਦੀ ਪਤਨੀ ਗੰਗਾ ਦੇਈ ਉਹਦੀਆਂ ਇਸ ਕਿਸਮ ਦੀਆਂ ਬੇਕਰਾਰੀਆਂ ਨੂੰ ਦੇਖ ਕੇ ਆਮ ਤੌਰ 'ਤੇ ਕਿਹਾ ਕਰਦੀ ਸੀ, ਅਜੇ ਖੂਹ ਪੁੱਟਿਆ ਨਹੀਂ ਗਿਆ ਤਾਂ ਤੁਸੀਂ ਧਿਆਨ ਨਾਲ ਹਾਲੋਂ ਬੇਹਾਲ ਹੋ ਰਹੇ ਹੋ। ਉਸਤਾਦ ਮੰਗੂ ਨਵੇਂ ਕਾਨੂੰਨ ਦੀ ਉਡੀਕ 'ਚ ਇੰਨਾ ਬੇਕਰਾਰ ਨਹੀਂ ਸੀ ਜਿੰਨਾ ਕਿ ਉਹਨੂੰ ਆਪਣੇ ਸੁਭਾਅ ਅਨੁਸਾਰ ਹੋਣਾ ਚਾਹੀਦਾ ਸੀ। ਉਹ ਨਵੇਂ ਕਾਨੂੰਨ ਨੂੰ ਦੇਖਣ ਲਈ ਘਰੋਂ ਨਿਕਲਿਆ ਸੀ, ਠੀਕ ਓਕਣ ਜਿੱਕਣ ਉਹ ਮਹਾਤਮਾ ਗਾਂਧੀ ਜਾਂ ਜਵਾਹਰ ਲਾਲ ਨਹਿਰੂ ਦੇ ਜਲੂਸ ਦਾ ਨਜ਼ਾਰਾ ਦੇਖਣ ਲਈ ਨਿਕਲਦਾ ਹੁੰਦਾ ਸੀ। ਲੀਡਰਾਂ ਦੀ ਇੱਜ਼ਤ ਦਾ ਅੰਦਾਜ਼ਾ ਉਸਤਾਦ ਮੰਗੂ ਹਮੇਸ਼ਾ ਉਹਨਾਂ ਦੇ ਜਲੂਸਾਂ 'ਚ ਇਕੱਠੀਆਂ ਹੋਈਆਂ ਭੀੜਾਂ ਤੇ ਉਹਨਾਂ ਦੇ ਗਲਾਂ 'ਚ ਪਾਏ ਗਏ ਫੁੱਲਾਂ ਦੇ ਹਾਰਾਂ ਤੋਂ ਲਾਉਂਦਾ ਹੁੰਦਾ ਸੀ। ਜੇ ਕੋਈ ਲੀਡਰ ਗੇਂਦੇ ਦੇ ਫੁੱਲਾਂ ਨਾਲ ਲੱਦਿਆ ਹੋਵੇ ਤਾਂ ਉਹਨੂੰ ਉਹ ਬੜਾ ਆਦਮੀ ਸਮਝਦਾ ਸੀ। ਜੇ ਕਿਸੇ ਲੀਡਰ ਦੇ ਜਲੂਸ ਜਾਂ ਜਲਸੇ 'ਚ ਭੀੜ ਕਾਰਨ 2-3 ਆਦਮੀ ਦਰੜੇ ਜਾਣ, ਉਹਦੀਆਂ ਨਜ਼ਰਾਂ 'ਚ ਉਹ ਲੀਡਰ ਹੋਰ ਵੀ ਬੜਾ ਸੀ। ਨਵੇਂ ਕਾਨੂੰਨ ਨੂੰ ਉਹ ਆਪਣੇ ਦਿਮਾਗ ਦੀ ਇਸੇ ਤੱਕੜੀ 'ਚ ਤੋਲਣਾ ਚਾਹੁੰਦਾ ਸੀ। ਅਨਾਰਕਲੀ 'ਚੋਂ ਨਿਕਲ ਕੇ ਉਹ ਮਾਲ ਰੋਡ ਦੀ ਚਮਕੀਲੀ ਤਲ ਉੱਤੇ ਆਪਣੇ ਤਾਂਗੇ ਨੂੰ ਹੌਲੀ ਚਲਾ ਰਿਹਾ ਸੀ ਕਿ ਮੋਟਰਾਂ ਦੀ ਦੁਕਾਨ ਦੇ ਕੋਲ ਉਹਨੂੰ ਛਾਉਣੀ ਦੀ ਇੱਕ ਸਵਾਰੀ ਮਿਲ ਗਈ। ਕਿਰਾਇਆ ਤੈਅ ਕਰਕੇ ਉਸਨੇ ਘੋੜੇ ਨੂੰ ਛਾਂਟਾ ਦਿਖਾਇਆ ਤੇ ਦਿਲ 'ਚ ਖਿਆਲ ਕੀਤਾ, ਚਲੋ ਇਹ ਵੀ ਚੰਗਾ ਹੋਇਆ, ਸ਼ਾਇਦ ਛਾਉਣੀ ਤੋਂ ਹੀ ਨਵੇਂ ਕਾਨੂੰਨ ਦਾ ਕੁਝ ਥਹੁ ਪਤਾ ਲੱਗ ਜੇ। ਛਾਉਣੀ ਪੁੱਜ ਕੇ ਉਹਨੇ ਸਵਾਰੀ ਨੂੰ ਉਹਦੇ ਟਿਕਾਣੇ ਤੇ ਉਤਾਰ ਦਿੱਤਾ। ਜੇਬ 'ਚੋਂ ਸਿਗਰਟ ਕੱਢ ਕੇ ਖੱਬੇ ਹੱਥ ਦੀਆਂ ਆਖਰੀ 2 ਉਂਗਲਾਂ 'ਚ ਨੱਪ ਕੇ ਉਹਨੂੰ ਸੁਲਗਾਇਆ ਤੇ ਪਿਛਲੀ ਸੀਟ ਤੇ ਗੱਦੇ ਤੇ ਬੈਠ ਗਿਆ। ਜਦ ਉਹਨੂੰ ਕਿਸੇ ਸਵਾਰੀ ਦੀ ਆਸ ਨਹੀਂ ਹੁੰਦੀ ਸੀ ਜਾਂ ਉਹਨੂੰ ਕਿਸੇ ਹੋਈ ਬੀਤੀ ਘਟਨਾ ਬਾਰੇ ਸੋਚ ਵਿਚਾਰ ਕਰਨੀ ਹੁੰਦੀ ਤਾਂ ਆਮ ਤੌਰ ਤੇ ਅਗਲੀ ਸੀਟ ਛੱਡ ਕੇ ਪਿਛਲੀ ਸੀਟ ਤੇ ਨਿੱਠ ਕੇ ਬੈਠ ਆਪਣੇ ਘੋੜੇ ਦੀਆਂ ਵਾਗਾਂ ਸੱਜੇ ਹੱਥ ਦੁਆਲੇ ਵਲੇਟ ਲਿਆ ਕਰਦਾ ਸੀ। ਅਜਿਹੇ ਮੌਕਿਆਂ ਤੇ ਉਹਦਾ ਘੋੜਾ ਥੋੜਾ ਜਿਹਾ ਹਿਣਕਣ ਤੋਂ ਪਿੱਛੋਂ ਬੜੀ ਧੀਮੀ ਚਾਲ ਚੱਲਣਾ ਸ਼ੁਰੂ ਕਰ ਦਿੰਦਾ ਸੀ, ਜਿਵੇਂ ਉਹਨੂੰ ਕੁਝ ਦੇਰ ਲਈ ਭੱਜ ਦੌੜ ਤੋਂ ਛੁੱਟੀ ਮਿਲ ਗਈ ਹੈ। ਘੋੜੇ ਦੀ ਚਾਲ ਤੇ ਉਸਤਾਦ ਮੰਗੂ ਦੇ ਦਿਮਾਗ 'ਚ ਵਿਚਾਰਾਂ ਦੀ ਆਮਦ ਬਹੁਤ ਸੁਸਤ ਸੀ। ਜਿਸ ਤਰ੍ਹਾਂ ਘੋੜਾ ਹੌਲੀ ਕਦਮ ਉਠਾ ਰਿਹਾ ਸੀ, ਉਸੇ ਤਰ੍ਹਾਂ ਉਸਤਾਦ ਮੰਗੂ ਦੀ ਬੁੱਧੀ 'ਚ ਨਵੇਂ ਕਾਨੂੰਨ ਬਾਰੇ ਨਵੇਂ ਅਨੁਮਾਨ ਪ੍ਰਵੇਸ਼ ਕਰ ਰਹੇ ਸਨ। ਉਹ ਨਵੇਂ ਕਾਨੂੰਨ ਦੇ ਹੋਂਦ 'ਚ ਆਉਣ ਤੋਂ ਮਿਊਨਿਸਪਲ ਕਮੇਟੀ ਤੋਂ ਤਾਂਗਿਆਂ ਦੇ ਨੰਬਰ ਮਿਲਣ ਦੇ ਢੰਗ ਉੱਤੇ ਗੌਰ ਕਰ ਰਿਹਾ ਸੀ। ਉਹ ਇਸੇ ਸੋਚ ਵਿਚਾਰ 'ਚ ਡੁੱਬਿਆ ਹੋਇਆ ਸੀ ਕਿ ਉਹਨੂੰ ਲੱਗਿਆ ਕਿਸੇ ਸਵਾਰੀ ਨੇ ਉਹਨੂੰ ਬੁਲਾਇਆ। ਪਿੱਛੇ ਮੁੜ ਕੇ ਦੇਖਿਆ ਤਾਂ ਉਹਨੂੰ ਸੜਕ ਦੇ ਦੂਜੇ ਪਾਸੇ ਦੂਰ ਬਿਜਲੀ ਦੇ ਖੰਭੇ ਦੇ ਕੋਲ ਇੱਕ ਗੋਰਾ ਖੜਾ ਦਿਖਾਈ ਦਿੱਤਾ, ਜੋ ਹੱਥ ਦੇ ਇਸ਼ਾਰੇ ਨਾਲ ਉਹਨੂੰ ਬੁਲਾ ਰਿਹਾ ਸੀ। ਜਿਵੇਂ ਕਿ ਪਹਿਲਾਂ ਦੱਸਿਆ ਹੈ, ਉਸਤਾਦ ਮੰਗੂ ਨੂੰ ਗੋਰਿਆਂ ਨਾਲ ਬੇਹੱਦ ਘਿਰਨਾ ਸੀ। ਜਦ ਉਹਨੇ ਆਪਣੀ ਨਵੀਂ ਸਵਾਰੀ ਨੂੰ ਗੋਰੇ ਦੀ ਸ਼ਕਲ 'ਚ ਦੇਖਿਆ ਤਾਂ ਉਹਦੇ ਦਿਲ 'ਚ ਘਿਰਨਾ ਜਾਗ ਪਈ। ਪਹਿਲਾਂ ਤਾਂ ਉਹਦੇ ਜੀ 'ਚ ਆਇਆ ਕਿ ਉੱਕਾ ਧਿਆਨ ਹੀ ਨਾ ਦੇਵੇ ਗੋਰੇ ਨੂੰ, ਉਹੀ ਖੜਾ ਛੱਡ ਕੇ ਅਗਾਂਹ ਚਲਿਆ ਜਾਵੇ, ਪਰ ਪਿੱਛੋਂ ਖਿਆਲ ਆਇਆ ਕਿ ਇਹਨਾਂ ਦੇ ਪੈਸੇ ਛੱਡਣਾ ਬੇਵਕੂਫੀ ਹੈ। ਕਲਗੀ ਉੱਤੇ 14.5 ਆਨੇ ਖਰਚ ਹੋਏ ਨੇ, ਇਹਨਾਂ ਦੀ ਜੇਬ 'ਚੋਂ ਹੀ ਵਸੂਲ ਕਰਨੇ ਚਾਹੀਦੇ ਨੇ। ਚਲੋ ਚੱਲਦੇ ਹਾਂ। ਖਾਲੀ ਸੜਕ ਉੱਤੇ ਬੜੀ ਹੁਸ਼ਿਆਰੀ ਨਾਲ ਤਾਂਗਾ ਮੋੜ ਕੇ ਉਹਨੇ ਘੋੜੇ ਨੂੰ ਛਾਂਟਾ ਦਿਖਾਇਆ। ਅੱਖ ਝਮਕਦਿਆਂ ਉਹ ਬਿਜਲੀ ਦੇ ਖੰਭੇ ਕੋਲ ਚਲਾ ਗਿਆ। ਘੋੜੇ ਦੀਆਂ ਵਾਗਾਂ ਖਿੱਚ ਕੇ ਉਹਨੇ ਤਾਂਗਾ ਰੋਕਿਆ। ਪਿਛਲੀ ਸੀਟ ਉੱਤੇ ਬੈਠੇ ਹੀ ਗੋਰੇ ਤੋਂ ਪੁੱਛਿਆ, ਸਾਹਿਬ ਬਹਾਦਰ ਕਹਾਂ ਜਾਣਾ ਮੰਗਤਾ ਹੈ? ਉਹਦੇ ਸਵਾਲ ਚੰਤਾ ਦਾ ਵਿਅੰਗ ਸੀ। ਸਾਹਿਬ ਬਹਾਦਰ ਕਹਿੰਦੇ ਸਮੇਂ ਉਹਦਾ ਉੱਪਰਲਾ ਮੁੱਛਾਂ ਭਰਿਆ ਬੁੱਲ ਹੇਠਾਂ ਨੂੰ ਖਿੱਚਿਆ ਗਿਆ ਤੇ ਨਾਲ ਲੱਗਦੀ ਗੱਲ ਦੇ ਉਸ ਪਾਸੇ ਜੋ ਮੱਧਮ ਜਿਹੀ ਲਕੀਰ ਨੱਕ ਦੀਆਂ ਨਾਸਾਂ ਤੋਂ ਠੋਡੀ ਤੋਂ ਉੱਪਰਲੇ ਹਿੱਸੇ ਤੱਕ ਚਲੀ ਆ ਰਹੀ ਸੀ, ਇੱਕ ਕੰਬੜੀ ਨਾਲ ਡੂੰਘੀ ਹੋ ਗਈ, ਜਿਵੇਂ ਕਿਸੇ ਨੇ ਤਿੱਖੀ ਨੋਕ ਦੇ ਚਾਕੂ ਨਾਲ ਟਾਹਲੀ ਦੀ ਸਾਂਵਲੀ ਲੱਕੜੀ 'ਚ ਧਾਰ ਪਾ ਦਿੱਤੀ ਹੋਵੇ। ਉਹਦਾ ਸਾਰਾ ਚਿਹਰਾ ਹੱਸ ਰਿਹਾ ਸੀ। ਉਹਨੇ ਆਪਣੇ ਧੁਰ ਅੰਦਰਲੇ ਅਹਿਸਾਸ 'ਚ ਆਪਣੇ ਸੀਨੇ ਦੀ ਅੱਗ ਜਲਾ ਕੇ ਉਸ ਗੋਰੇ ਨੂੰ ਭਸਮ ਕਰਕੇ ਰੱਖ ਦਿੱਤਾ ਸੀ। ਉਸ ਗੋਰੇ ਨੇ ਜੋ ਬਿਜਲੀ ਦੇ ਖੰਭੇ ਦੀ ਓਟ 'ਚ ਹਵਾ ਦਾ ਰੁੱਖ ਬਚਾ ਕੇ ਸਿਗਰਟ ਸੁਲਗਾ ਰਿਹਾ ਸੀ, ਮੁੜ ਕੇ ਤਾਂਗੇ ਦੇ ਪਾਏਦਾਨ ਵੱਲ ਕਦਮ ਵਧਾਇਆ ਤਾਂ ਅਚਾਨਕ ਉਸਤਾਦ ਮੰਗੂ ਤੇ ਗੋਰੇ ਦੀਆਂ ਨਿਗਾਹਾਂ ਮਿਲੀਆਂ
ਜਿਵੇਂ ਇੱਕੋ ਸਮੇਂ ਆਮੋ ਸਾਹਮਣੇ ਦੀਆਂ ਬੰਦੂਕਾਂ 'ਚੋਂ ਗੋਲੀਆਂ ਚੱਲੀਆਂ ਹੋਣ ਤੇ ਆਪਸ ਵਿੱਚ ਟਕਰਾ ਕੇ ਇੱਕ ਅੱਗ ਦਾ ਗੋਲਾ ਬਣ ਕੇ ਉੱਪਰ ਨੂੰ ਉੜ ਗਈਆਂ ਹੋਣ। ਉਸਤਾਦ ਮੰਗੂ ਜੋ ਆਪਣੇ ਸੱਜੇ ਹੱਥ ਦੁਆਲੇ ਵਲੇਟੀ ਵਾਗ ਦੇ ਵਲ ਨੂੰ ਖੋਲ ਕੇ ਤਾਂਗੇ ਤੋਂ ਹੇਠਾਂ ਉਤਰਨ ਵਾਲਾ ਸੀ, ਆਪਣੇ ਸਾਹਮਣੇ ਨਜ਼ਰਾਂ ਨਾਲ ਚੱਬ ਰਿਹਾ ਹੋਵੇ ਤੇ ਗੋਰਾ ਕੁਝ ਏਕਣ ਆਪਣੀ ਨੀਲੀ ਪਤਲੂਨ ਉੱਤੇ ਅਣਦਿਸਦੀਆਂ ਚੀਜ਼ਾਂ ਝਾੜ ਰਿਹਾ ਸੀ, ਜਿਵੇਂ ਉਸਤਾਦ ਮੰਗੂ ਦੇ ਉਸ ਹਮਲੇ ਤੋਂ ਆਪਣੇ ਵਜੂਦ ਦੇ ਕੁਝ ਹਿੱਸੇ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਗੋਰੇ ਨੇ ਸਿਗਰਟ ਦਾ ਧੂੰਆਂ ਛੱਡਦਿਆਂ ਹੋਇਆਂ ਆਖਿਆ, ਜਾਨਾ ਮਾਂਗਤਾ ਜਾਂ ਫਿਰ ਗੜਬੜ ਕਰਨੇ ਕਾ? ਉਹੀ ਹੈ। ਇਹ ਦੋ ਸ਼ਬਦ ਉਸਤਾਦ ਮੰਗੂ ਦੇ ਦਿਮਾਗ 'ਚ ਪੈਦਾ ਹੋਏ ਤੇ ਉਹਦੀ ਚੌੜੀ ਛਾਤੀ ਦੇ ਅੰਦਰ ਨੱਚਣ ਲੱਗੇ। ਉਹੀ ਹੈ। ਉਹਨੇ ਫਿਰ ਉਹ ਦੋਵੇਂ ਸ਼ਬਦ ਆਪਣੇ ਮੂੰਹ ਦੇ ਅੰਦਰ ਹੀ ਅੰਦਰ ਦੁਹਰਾਏ ਤੇ ਉਹਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਗੋਰਾ ਜੋ ਉਹਦੇ ਸਾਹਮਣੇ ਖੜਾ ਸੀ ਉਹੀ ਹੈ, ਜਿਸ ਨਾਲ ਪਿਛਲੇ ਵਰੇ ਉਹਦੀ ਝੜਪ ਹੋਈ ਸੀ ਤੇ ਉਸ ਖਾਮਖਾਹ ਦੇ ਝਗੜੇ 'ਚ ਜਿਹਦਾ ਕਾਰਨ ਗੋਰੇ ਦੇ ਦਿਮਾਗ ਨੂੰ ਚੜੀ ਹੋਈ ਸ਼ਰਾਬ ਸੀ। ਉਹਨੂੰ ਨਾ ਚਾਹੁੰਦਿਆਂ ਬਹੁਤ ਸਾਰੀਆਂ ਗੱਲਾਂ ਸਹਿਣੀਆਂ ਪਈਆਂ ਸਨ। ਉਹਨੇ ਗੋਰੇ ਦਾ ਦਿਮਾਗ ਦਰੁਸਤ ਕਰ ਦਿੱਤਾ ਹੁੰਦਾ, ਸਗੋਂ ਉਹਦੀ ਬੋਟੀ ਕਰ ਦਿੱਤੀ ਹੁੰਦੀ, ਪਰ ਉਹ ਸੋਚ ਕੇ ਚੁੱਪ ਹੋ ਗਿਆ ਸੀ ਕਿ ਇਸ ਕਿਸਮ ਦੇ ਝਗੜਿਆਂ 'ਚ ਪੁਲਿਸ ਤੇ ਅਦਾਲਤ ਦਾ ਨਜ਼ਲਾ ਆਮ ਤੌਰ ਤੇ ਕੋਚਵਾਨਾਂ ਉੱਤੇ ਗਿਰਿਆ ਕਰਦਾ ਹੈ। ਉਸਤਾਦ ਮੰਗੂ ਨੇ ਪਿਛਲੇ ਵਰੇ ਦੀ ਲੜਾਈ ਤੇ 1 ਅਪ੍ਰੈਲ ਦੇ ਨਵੇਂ ਕਾਨੂੰਨ ਉੱਤੇ ਗੌਰ ਕਰਦਿਆਂ ਗੋਰੇ ਨੂੰ ਕਿਹਾ, ਕਹਾਂ ਜਾਣਾ ਮੰਗਤਾ ਹੈ? ਉਹਦੇ ਲਹਿਜੇ 'ਚ ਚਾਬਕ ਵਰਗੀ ਤੇਜ਼ੀ ਸੀ। ਗੋਰੇ ਨੇ ਉੱਤਰ ਦਿੱਤਾ, ਹੀਰਾ ਮੰਡੀ। ਕਿਰਾਇਆ 5 ਰੁਪਏ ਹੋਗਾ। ਉਸਤਾਦ ਮੰਗੂ ਦੀਆਂ ਮੁੱਛਾਂ ਫਰਕੀਆਂ। ਗੋਰਾ ਹੈਰਾਨ ਹੋ ਗਿਆ। ਉਹ ਚੀਕਿਆ, 5 ਰੁਪਏ? ਕਿਆ ਤੁਮ? ਹਾਂ 5 ਰੁਪਏ। ਉਸਤਾਦ ਮੰਗੂ ਦਾ ਸੱਜੇ ਵਾਲਾ ਭਰਿਆ ਹੱਥ ਮਿਚ ਕੇ ਇੱਕ ਭਾਰੀ ਘਸੁੰਨ ਦੀ ਸ਼ਕਲ 'ਚ ਢਲ ਗਿਆ। ਕਿਉਂ, ਚਲਤੇ ਹੋ ਜਾਂ ਬੇਕਾਰ ਬਾतें ਬਣਾਓਗੇ? ਉਹਦਾ ਲਹਿਜ਼ਾ ਸਖਤ ਹੋ ਗਿਆ। ਗੋਰੇ ਦੇ ਦਿਮਾਗ 'ਚ ਪਿਛਲੇ ਵਰੇ ਦੀ ਘਟਨਾ ਘੁੰਮ ਰਹੀ ਸੀ, ਪਰ ਉਸਤਾਦ ਮੰਗੂ ਦੇ ਸੀਨੇ ਦੀ ਚੌੜਾਈ ਭੁੱਲ ਚੁੱਕਿਆ ਸੀ। ਉਹ ਸੋਚ ਰਿਹਾ ਸੀ ਕਿ ਉਸਤਾਦ ਮੰਗੂ ਦੀ ਖੋਪਰੀ 'ਚ ਫੇਰ ਖਾਜ ਹੋ ਰਹੀ ਹੈ। ਉਹਨੇ ਆਪਣੀ ਛਟੀ ਵਧਾਈ ਤੇ ਉਸਤਾਦ ਮੰਗੂ ਨੂੰ ਤਾਂਗੇ 'ਚੋਂ ਹੇਠਾਂ ਉਤਰਨ ਦਾ ਇਸ਼ਾਰਾ ਕੀਤਾ। ਬੈਂਤ ਦੀ ਪਾਲਿਸ਼ ਕੀਤੀ ਹੋਈ ਪਤਲੀ ਛਟੀ ਦੀ ਹੁੱਜ ਉਸਤਾਦ ਮੰਗੂ ਦੇ ਮੋਟੇ ਪੱਟ ਉੱਤੇ 2-3 ਵਾਰੀ ਵੱਜੀ। ਉਹਨੇ ਬੈਠੇ ਬੈਠੇ ਨੇ ਮਧਰੇ ਕੱਦ ਦੇ ਗੋਰੇ ਨੂੰ ਦੇਖਿਆ, ਜਿਵੇਂ ਆਪਣੀਆਂ ਨਿਗਾਹਾਂ ਦੀ ਤਾਬ ਨਾਲ ਹੀ ਉਹਨੂੰ ਪੀ ਕੇ ਰੱਖ ਦੇਣਾ ਚਾਹੁੰਦਾ ਹੋਵੇ। ਦੂਜੇ ਛਿਣ ਉਸਤਾਦ ਮੰਗੂ ਬੁੜਕਿਆ। ਫੇਰ ਉਹਦਾ ਘਸੁੰਨ ਕਮਾਨ 'ਚੋਂ ਤੀਰ ਵਾਂਗ ਉੱਪਰ ਨੂੰ ਉੱਠਿਆ ਤੇ ਪਲਕ ਝਪਕਦਿਆਂ ਹੀ ਗੋਰੇ ਦੀ ਠੋਡੀ ਦੇ ਹੇਠਲੇ ਪਾਸੇ ਜੜਿਆ ਗਿਆ। ਗੋਰਾ ਲੜਖੜਾ ਗਿਆ ਤੇ ਉਸਤਾਦ ਮੰਗੂ ਨੇ ਉਹਨੂੰ ਤਾਬੜ ਤੋੜ ਕੁੱਟਣਾ ਸ਼ੁਰੂ ਕਰ ਦਿੱਤਾ। ਭਮੱਤਰੇ ਹੋਏ ਗੋਰੇ ਨੇ ਇੱਧਰ ਉੱਧਰ ਸੁੰਗੜ ਕੇ ਮੰਗੂ ਦੇ ਭਾਰੀ ਤੇ ਨਰੋਏ ਮੁੱਕਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤੇ ਜਦ ਦੇਖਿਆ ਕਿ ਉਸਤਾਦ ਜੰਮ ਰੂਪ ਬਣਿਆ ਹੋਇਆ ਤਾਂ ਉਹਨੇ ਜ਼ੋਰ-ਜ਼ੋਰ ਦੀ ਚੀਕਣਾ ਸ਼ੁਰੂ ਕਰ ਦਿੱਤਾ। ਗੋਰੇ ਦੀ ਚੀਕ ਪੁਕਾਰ ਨੇ ਉਸਤਾਦ ਮੰਗੂ ਦੀਆਂ ਬਾਹਾਂ 'ਚ ਹੋਰ ਵੀ ਰੋਹ ਭਰ ਦਿੱਤਾ। ਉਹ ਗੋਰੇ ਨੂੰ ਜੀ ਭਰ ਕੇ ਕੁੱਟ ਰਿਹਾ ਸੀ ਤੇ ਨਾਲ ਦੀ ਨਾਲ ਇਹ ਆਖੀ ਜਾਂਦਾ ਸੀ, 1 ਅਪ੍ਰੈਲ ਨੂੰ ਵੀ ਉਹੀ ਆਕੜ, 1 ਅਪ੍ਰੈਲ ਨੂੰ ਵੀ ਉਹੀ ਆਕੜ। ਹੁਣ ਸਾਡਾ ਰਾਜ ਹੈ ਬੱਚਾ। ਲੋਕ ਇਕੱਠੇ ਹੋ ਗਏ ਤੇ ਪੁਲਿਸ ਦੇ 2 ਸਿਪਾਹੀਆਂ ਨੇ ਗੋਰੇ ਨੂੰ ਬੜੀ ਮੁਸ਼ਕਲ ਨਾਲ ਉਸਤਾਦ ਮੰਗੂ ਦੀ ਜਕੜ 'ਚੋਂ ਛੁਡਾਇਆ। ਉਸਤਾਦ ਮੰਗੂ 2 ਸਿਪਾਹੀਆਂ ਦੇ ਵਿਚਾਲੇ ਖੜਾ ਸੀ। ਉਹਦੀ ਚੌੜੀ ਛਾਤੀ ਫੁੱਲੇ ਹੋਏ ਸਾਹ ਕਾਰਨ ਹੇਠਾਂ ਉੱਤੇ ਹੋ ਰਹੀ ਸੀ, ਮੂੰਹ 'ਚੋਂ ਝੱਗ ਵਗ ਰਹੀ ਸੀ। ਉਹ ਆਪਣੀਆਂ ਫੈਲੀਆਂ ਹੋਈਆਂ ਅੱਖਾਂ ਨਾਲ ਹੱਕੇ ਬੱਕੇ ਇਕੱਠ ਵੱਲ ਵੇਖਦਿਆਂ ਹਵੀ ਹੋਈ ਆਵਾਜ਼ 'ਚ ਕਹਿ ਰਿਹਾ ਸੀ, ਉਹ ਦਿਨ ਲੱਦ ਗਏ ਜਦ ਤਾਏ ਮੈਂਗਲ ਦੀਆਂ ਮੁੱਛਾਂ ਉੱਤੇ ਤੋਤਾ ਬੋਲਦਾ ਹੁੰਦਾ ਸੀ। ਹੁਣ ਨਵਾਂ ਕਾਨੂੰਨ ਹੈ ਮੀਆਂ, ਨਵਾਂ ਕਾਨੂੰਨ। ਤੇ ਵਿਚਾਰਾ ਗੋਰਾ ਆਪਣੇ ਵਿਗੜੇ ਹੋਏ ਚਿਹਰੇ ਨਾਲ ਉੱਲੂਆਂ ਵਾਂਗ ਕਦੇ ਉਸਤਾਦ ਮੰਗੂ ਵੱਲ ਦੇਖ ਰਿਹਾ ਸੀ ਤੇ ਕਦੇ ਲੋਕਾਂ ਦੇ ਇਕੱਠ ਵੱਲ। ਉਸਤਾਦ ਮੰਗੂ ਨੂੰ ਪੁਲਿਸ ਦੇ ਸਿਪਾਹੀ ਥਾਣੇ 'ਚ ਲੈ ਗਏ। ਰਸਤੇ 'ਚ ਤੇ ਥਾਣੇ ਅੰਦਰ ਵੀ ਉਹ ਨਵਾਂ ਕਾਨੂੰਨ ਚੀਕਦਾ ਰਿਹਾ, ਪਰ ਕਿਸੇ ਨੇ ਇੱਕ ਨਾ ਸੁਣੀ। ਨਵਾਂ ਕਾਨੂੰਨ ਕੀ ਬਕੀ ਜਾਣਾ? ਕਾਨੂੰਨ ਉਹੀ ਹੈ ਪੁਰਾਣਾ। ਤੇ ਉਹਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ। ਧੰਨਵਾਦ।